ਹੋਵਣਾ ਜੀ ਹੁਕਮ ਮਿਲੇ ਵਡਿਆਈ। ਹੁਕਮ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ। ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਨਾਨਕ ਹੁਕਮ ਜੇ ਬੁਝੈ ਤਾਹੁ ਮੈਂ ਕਹਿ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਾਵਰਾ ਤਖਤਾ ਸਿੰਘਾਸਨ ਦੇ ਮਾਲਕ ਹਾਜ਼ਰਾ ਹਜ਼ੂਰਾ ਪਤਤਾ ਪਾਵਨ ਭਗਤ ਵਛਲ ਕਰਨਾ ਨਿਧਾਨ ਦੀਨ ਦੁਨੀਆ ਦੇ ਵਾਲੀ ਸਰਵਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਤਿਕਾਰਯੋਗ ਸਤਿਗੁਰੂ ਸਾਹਿਬਾਨ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੀ ਮਹਾਨ ਕਿਰਪਾ ਮਹਾਨ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਪਾਂ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਆਪ ਜੀ ਰੋਜ਼ਾਨਾ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਦਾ ਬਚਨ ਹੈ, ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਨਾ, ਇਹ ਅਤੀ ਉੱਤਮ ਸ਼੍ਰੇਸ਼ਟ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਸ ਮਨੁੱਖ ਦੇ ਪੂਰਬਲੇ ਭਾਗ ਚੰਗੇ ਕੀਤੇ ਹਨ, ਜਿਸ ਮਨੁੱਖ ਦਾ ਪੂਰਬਲਾ ਭਾਗ ਦਾ ਬੀਜਿਆ ਹੋਇਆ ਬੀਜ ਅੰਕਰ ਪ੍ਰਗਟ ਹੁੰਦਾ ਹੈ, ਉਹੀ ਮਨੁੱਖ ਗੁਰੂ ਦੇ ਦਰਬਾਰ ਵਿੱਚ ਆ ਸਕਦਾ ਹੈ। ਉਹੀ ਮਨੁੱਖ ਗੁਰੂ ਦੇ ਵਿਚਾਰ ਨੂੰ ਸਰਵਣ ਕਰ ਸਕਦਾ ਹੈ। ਉਹੀ ਮਨੁੱਖ ਗੁਰੂ ਦੇ ਦਰਸ਼ਨ ਕਰ ਸਕਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਅੱਜ ਆਪਾਂ ਜਪ ਬਾਣੀ ਭਾਵ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਦੂਜੀ ਪੌੜ ਦੀ ਕਥਾ ਵਿਚਾਰ ਨੂੰ ਸਮਝਣ ਦਾ, ਸਤਿਗੁਰੂ ਦੇ ਉਪਦੇਸ਼ ਨੂੰ ਵਾਚਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੂਜੀ ਪੌੜੀ ਦੇ ਅੰਦਰ ਪਹਿਲਾਂ ਪਾਤਸ਼ਾਹ ਜੀ ਨੇ ਸਾਡੇ ਵਿੱਚ ਅਤੇ ਪ੍ਰਮਾਤਮਾ ਵਿੱਚ ਜੋ ਵਿਚਕਾਰ ਪੜਦਾ ਹੈ ਉਸ ਦਾ ਜ਼ਿਕਰ ਕਰ ਦਿੱਤਾ ਹੈ। ਸਾਡੇ ਅਤੇ ਪ੍ਰਮਾਤਮਾ ਦੇ ਵਿਚਕਾਰ ਇੱਕ ਝੂਠ ਦਾ ਪਰਦਾ ਹੈ, ਇੱਕ ਝੂਠ ਦੀ ਕੰਧ ਹੈ। ਉਹਨੂੰ ਗੁਰੂ ਦੀ ਰਜ਼ਾ ਵਿੱਚ, ਉਹਨੂੰ ਗੁਰੂ ਦੇ ਹੁਕਮ ਵਿੱਚ ਰਹਿ ਕਰਕੇ
ਤੋੜਿਆ ਜਾ ਸਕਦਾ ਹੈ, ਪਾਸੇ ਕੀਤਾ ਜਾ ਸਕਦਾ ਹੈ। ਫਿਰ ਸੱਚੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਦਾਰ ਹੋ ਸਕਦਾ ਹੈ। ਜਦੋਂ ਕੂੜ ਦੀ ਕੰਧ ਟੁੱਟ ਗਈ, ਕੂੜ ਦੀ ਕੰਧ ਪਾਸੇ ਹੋ ਗਈ, ਤੇ ਉਸ ਕੂੜ ਦੀ ਕੰਧ ਨੂੰ ਢਾਉਣ ਵਾਸਤੇ, ਆਪਣਾ ਜੀਵਨ ਸਚਿਆਰ ਬਣਾਉਣ ਵਾਸਤੇ, ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ, ਤਾਂ ਜੋ ਉਹ ਸੋਹਣਾ ਜੀਵਨ ਅਕਾਲ ਪੁਰਖ ਨੂੰ ਭਾਵੇ, ਕਰਨਾ ਕੀ ਪਵੇਗਾ? ਹੁਕਮ ਰਜਾਈ ਚੱਲਣਾ। ਗੁਰੂ ਦੀ ਰਜ਼ਾ ਵਿੱਚ ਰਹਿਣਾ ਪੈਣਾ, ਗੁਰੂ ਦੀ ਰਜ਼ਾ ਨੂੰ ਮੰਨਣਾ ਪੈਣਾ। ਤੇ ਜਿਹੜਾ ਰਜ਼ਾ ਤੋਂ ਬਾਹਰ ਜਾਂਦਾ ਹੈ, ਇਸ ਦਾ ਮਤਲਬ ਉਹ ਗੁਰੂ ਦੇ ਭਾਣੇ ਵਿੱਚ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਪਾਤਸ਼ਾਹ ਅੱਗੇ ਕਹਿੰਦੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਜਿਹੜਾ ਕੁਝ ਸਭ ਕੁਝ ਬਣਿਆ ਹੈ, ਧਰਤੀ ਬਣੀ ਹੈ, ਇਹ ਵੀ ਮਾਲਕ ਦੇ ਹੁਕਮ ਵਿੱਚ ਬਣੀ ਹੈ। ਉਹਨੇ ਵਿਣ ਥੰਮਾ ਗਗਨ ਰਹਾਇਆ, ਆਕਾਸ਼ ਦੀ ਸਿਰਜਣਾ ਕੀਤੀ ਹੈ, ਤਾਂ ਇਹ ਵੀ ਮਾਲਕ ਦੇ ਹੁਕਮ ਵਿੱਚ ਬਣੀ ਹੈ। ਇਨਸਾਨ ਦਾ ਜਨਮ ਹੁੰਦਾ ਹੈ, ਤਾਂ ਵੀ ਮਾਲਕ ਦੇ ਹੁਕਮ ਵਿੱਚ ਹੁੰਦਾ ਹੈ। ਇਨਸਾਨ ਇਸ ਦੁਨੀਆ ਤੋਂ ਰੁਸਤਮ ਹੁੰਦਾ ਹੈ, ਰੁਸਤਕ ਹੁੰਦਾ ਹੈ, ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਭਾਵ ਇਨਸਾਨ ਦੀ ਮੌਤ ਹੁੰਦੀ ਹੈ, ਤਾਂ ਵੀ ਜਿਹੜਾ ਹੈ ਉਹ ਮਾਲਕ ਦੀ ਰਜ਼ਾ ਵਿੱਚ ਹੁੰਦਾ ਹੈ। ਆਉਣਾ ਵੀ ਮਾਲਕ ਦੀ ਰਜ਼ਾ ਵਿੱਚ ਹੈ, ਤੇ ਜਾਣਾ ਵੀ ਮਾਲਕ ਦੀ ਰਜ਼ਾ ਵਿੱਚ ਹੈ। ਜੇ ਸ੍ਰਿਸ਼ਟੀ ਬਣਾਈ ਹੈ, ਉਹਨੇ ਆਪਦੇ ਹੁਕਮ ਵਿੱਚ ਪੈਦਾ ਕੀਤੀ ਹੈ। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਨੂੰ ਭਾਣੇ ਵਰਤਾ ਕੇ ਡੁੱਬਦਿਆਂ ਹੋਇਆਂ ਨੂੰ ਹੱਥ ਦੇ ਕੇ ਕੱਢ ਲੈਂਦਾ ਹੈ, ਤੇ ਇੱਕ ਵਿਚਾਰੇ ਡੁੱਬ ਜਾਂਦੇ ਹਨ। ਜਿਨ੍ਹਾਂ ਨੂੰ ਕੱਢਿਆ ਉਹ ਵੀ ਹੁਕਮ ਵਿੱਚ, ਤੇ ਜਿਹੜੇ ਡੁੱਬੇ ਉਹ ਵੀ ਹੁਕਮ ਵਿੱਚ। ਭਾਵ ਉਹਦੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਕਮੀ ਹੋਵਨ ਆਕਾਰ, ਜਿਹੜਾ ਆਕਾਰ ਹੋਇਆ, ਪਸਾਰਾ ਪਸਰਿਆ, ਜਨਮ ਹੋਇਆ, ਪੈਦਾਇਸ਼ ਹੋਈ ਹੈ, ਇਹ ਅਕਾਲ ਪੁਰਖ ਦੇ ਹੁਕਮ ਵਿੱਚ ਹੋਈ ਹੈ। ਹੁਕਮ ਨਾ ਕਹਿਆ ਜਾਈ, ਪਰ ਉਸ ਹੁਕਮ ਦੀ ਵਿਆਖਿਆ, ਉਸ ਹੁਕਮ ਨੂੰ ਕਹਿਣਾ, ਉਸ ਹੁਕਮ ਨੂੰ ਸਮਝਾਉਣਾ, ਕਥਨ ਕਰਨਾ ਬੜਾ ਕਰੜਾ ਹੈ, ਕਰੜਾ ਸਾਰ ਹੈ। ਉਹ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਉਹ ਹੁਕਮ ਨੂੰ ਕੋਈ ਸਮਝਾ ਨਹੀਂ ਸਕਦਾ, ਉਹ ਹੁਕਮ ਨੂੰ ਕੋਈ ਸਮਝ ਨਹੀਂ ਸਕਦਾ। ਵਿਆਖਿਆ ਤੋਂ ਰਹਿਤ ਹੈ ਅਕਾਲ ਪੁਰਖ ਦਾ ਹੁਕਮ। ਜਿਸ ਹੁਕਮ ਵਿੱਚ ਧਰਤੀ ਪੈਦਾ ਹੁੰਦੀ ਹੈ, ਜਿਸ ਹੁਕਮ ਵਿੱਚ ਜੀਵ ਪੈਦਾ ਹੁੰਦਾ ਹੈ, ਜਿਸ ਹੁਕਮ ਵਿੱਚ ਜੀਵ ਚਲਿਆ ਜਾਂਦਾ, ਉਹ ਹੁਕਮ ਕਹਿਣ ਸੁਣਨ ਤੋਂ ਪਰੇ ਹੈ, ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਆਖੋ ਸਤਿਨਾਮ। ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਜੀਵ ਪੈਦਾ ਹੁੰਦਾ ਹੈ, ਜੀਆ ਜੰਤ ਪੈਦਾ ਹੁੰਦਾ ਹੈ ਉਹਦੇ ਹੁਕਮ ਵਿੱਚ। ਕੱਲ੍ਹ ਵੀ ਬੇਨਤੀ ਕੀਤੀ ਸੀ, ਲੱਕੜ ਦੇ ਅੰਦਰ ਕੀੜਾ ਪੈਦਾ ਹੋਇਆ, ਆਪਾਂ ਪੈਦਾ ਕਰਨ ਗਏ ਉਹਨੂੰ, ਉਹ ਆਪਣੇ ਆਪ ਉਹਦੇ ਹੁਕਮ ਵਿੱਚ ਪੈਦਾ ਹੋ ਗਿਆ। ਗੋਹਿਆਂ ਵਿੱਚ, ਪਾਥੀਆਂ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ, ਆਪਾਂ ਉਹਨਾਂ ਨੂੰ ਪੈਦਾ ਕਰਨ ਵਾਸਤੇ ਕੋਈ ਯਤਨ ਕੀਤਾ ਸੀ? ਨਹੀਂ, ਉਹ ਆਪਣੇ ਆਪ ਪੈਦਾ ਹੋ। ਕਣਕ ਦੇ ਅੰਦਰ ਕਈ ਜੀਆ ਜਨਤਾ ਅਨਾਜ ਦੇ ਅੰਦਰ ਪੈਦਾ ਹੋ ਜਾਂਦੇ ਨੇ, ਸੁਸਰੀ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਮਾਰਨ ਦਾ ਤਾਂ ਆਪਾਂ ਸਾਰੇ ਯਤਨ ਕਰਦੇ ਹਾਂ, ਉਹਨਾਂ ਤੋਂ ਅਨਾਜ ਦੇ ਬਚਾਅ ਲਈ ਤਾਂ ਆਪਾਂ ਯਤਨ ਕਰਦੇ ਹਾਂ, ਪਰ ਉਹਨਾਂ ਨੂੰ ਪੈਦਾ ਹੋਣ ਲਈ ਤਾਂ ਆਪਾਂ ਯਤਨ ਨਹੀਂ ਕੋਈ ਕੀਤਾ। ਉਹ ਕਿਵੇਂ ਪੈਦਾ ਹੋਏ? ਹੁਕਮੀ ਹੋਵਨ ਜੀ, ਉਹਦੇ ਹੁਕਮ ਵਿੱਚ ਜੀਆ ਜਨਤਾ, ਜੀਵ ਜੰਤੂ ਪੈਦਾ ਹੁੰਦੇ। ਆਖੋ ਸਤਿਨਾਮ। ਉਹਦੀ ਰਜ਼ਾ 'ਚ ਪੈਦਾ ਹੁੰਦੇ। ਉਹਦੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ, ਉਹਦੇ ਭਾਣੇ ਤੋਂ ਬਾਹਰ ਕੁਝ ਵੀ ਨਹੀਂ ਹੈ। ਜੋ ਕੁਝ ਹੈ ਉਹਦੇ ਹੁਕਮ ਵਿੱਚ ਹੈ। ਤੇ ਹੁਕਮ ਜਿਹੜਾ ਹੈ ਹਰ ਇਨਸਾਨ ਨੂੰ ਮੰਨਣਾ ਪੈਣਾ।
ਹੁਕਮ ਦੀ ਉਲੰਘਣਾ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੈ। ਤੇ ਇਸ ਤਰ੍ਹਾਂ ਵੀ ਕਹਿ ਲਈਏ ਉਹਦੇ ਹੁਕਮ ਤੋਂ ਕੋਈ ਬਾਹਰ ਜਾ ਵੀ ਨਹੀਂ ਸਕਦਾ। ਆਖੋ ਸਤਨਾਮ। ਉਹਦੇ ਹੁਕਮ ਤੋਂ ਕੋਈ ਬਾਹਰ ਜਾ ਨਹੀਂ ਸਕਦਾ। ਜੀਵ ਜੰਤੂ ਪੈਦਾ ਹੋਏ ਅਕਾਲ ਪੁਰਖ ਦੇ ਹੁਕਮ ਵਿੱਚ, ਆਪ ਪੈਦਾ ਕਰਨ ਵਾਲਾ, ਆਪੇ ਸਾਜੇ, ਆਪੇ ਰੱਖੇ, ਆਪੇ ਨਦਰ ਕਰੇ, ਆਪੇ ਹੀ ਸਾਜਦਾ, ਆਪੇ ਹੀ ਬਣਾਉਂਦਾ। ਕੁਦਰਤ ਨੂੰ ਬਣਾਉਣ ਵਾਲਾ ਕੌਣ ਹੈ? ਆਪੇ ਕੁਦਰਤ ਸਾਜ ਕੇ, ਆਪੇ ਹੀ ਉਹਨੇ ਕੁਦਰਤ ਨੂੰ ਸਾਜਿਆ, ਆਪੇ ਜੀਆ ਜੰਤ ਨੂੰ ਪੈਦਾ ਕੀਤਾ, ਆਪੇ ਕੁੱਲ ਬਨਸਪਤੀ ਉਹਨੇ ਬਣਾਈ ਹੈ, ਆਪੇ ਦਰਿਆਵਾਂ ਨਦੀਆਂ ਨੂੰ ਸਾਜਣ ਵਾਲਾ ਹੈ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਆਪ ਹੀ ਉਹਨਾਂ ਜੀਆ ਜੰਤਾਂ ਦੀ ਪ੍ਰਤਪਾਲਨਾ ਕਰਦਾ, ਆਪੇ ਹੀ ਉਹਨਾਂ ਦੀ ਸੰਭਾਲ ਕਰਦਾ, ਆਪੇ ਹੀ ਸਭ ਕੁਝ ਕਰ ਰਿਹਾ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਸਾਰ ਮਤਲਬ ਪ੍ਰਤਪਾਲਨਾ ਕਰਨੀ, ਸਾਰ ਮਤਲਬ ਉਹਨਾਂ ਦੇ ਰੋਜੀ ਦਾ ਪ੍ਰਬੰਧ ਕਰਨਾ, ਸਾਰਾ ਕੁਝ ਆਪੇ ਹੀ ਕਰਦਾ। ਉਹਦੇ ਹੁਕਮ ਵਿੱਚ ਜੀਵਾ ਜਨਤਾ, ਉਹਦੇ ਹੁਕਮ ਵਿੱਚ ਜੀਆ ਜਨਤਾ, ਕੁੱਲ ਬਨਸਪਤੀ, ਨਦੀਆਂ, ਸਾਗਰ, ਪਰਬਤ, ਪਹਾੜ ਉਹਦੇ ਹੁਕਮ ਵਿੱਚ ਸਾਰੇ ਬਣੇ ਹਨ। ਆਖੋ ਸਤਨਾਮ। ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋਇਆ। ਕਈ ਵਾਰ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਜੇ ਕੁਝ ਮੈਂ ਕਰਾਂਗਾ ਤੇ ਮੈਨੂੰ ਪ੍ਰਾਪਤ ਹੋਣਾ, ਦੂਜਾ ਤੇ ਕੁਝ ਪ੍ਰਾਪਤ ਨਹੀਂ ਹੋਣਾ। ਇੱਕ ਰਾਜਾ ਜਿਸ ਨੇ ਆਪਣੇ ਰਾਜ ਦੇ ਅੰਦਰ ਕੁਝ ਕਿਲੇ ਨਵੇਂ ਉਸਾਰਨੇ ਸ਼ੁਰੂ ਕੀਤੇ ਅਤੇ ਜੋ ਪੁਰਾਤਨ ਪੁਰਾਣੇ ਕਿਲੇ ਸਨ ਉਹਨਾਂ ਦੀ ਮੁਰੰਮਤ ਸ਼ੁਰੂ ਕਰਤੀ। ਇਸ ਵਾਸਤੇ ਬਹੁਤ ਸਾਰੇ ਮਜ਼ਦੂਰਾਂ ਦੀ ਲੋੜ ਸੀ, ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਿਆ। ਇੱਕ ਦਿਨ ਸ਼ਾਮ ਦਾ ਵੇਲਾ ਹੋਇਆ, ਰਾਜਾ ਜਾਇਜ਼ਾ ਲੈਣ ਵਾਸਤੇ ਵੀ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਕਿੰਨੇ ਕੁ ਸੁੰਦਰਤਾ ਨਾਲ ਕਾਰੀਗਰ ਕੰਮ ਕਰ ਰਹੇ ਨੇ, ਕਿੰਨੇ ਕੁ ਲਗਨ ਨਾਲ ਲੋਕ ਕੰਮ ਕਰਦੇ ਨੇ, ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਰਾਜਾ ਜਿਹੜਾ ਉਹ ਆ ਗਿਆ। ਜਦੋਂ ਸੈਂਕੜੇ ਲੋਕਾਂ ਨੂੰ ਕੰਮਕਾਰ ਕਰਦੇ ਦੇਖਿਆ ਤੇ ਰਾਜੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਇਹਨਾਂ ਸਭ ਲੋਕਾਂ ਨੂੰ ਰੋਜੀ ਦਾ ਤਾਂ ਮੈਂ ਆ, ਜੇ ਅੱਜ ਮੈਂ ਕਿਲਿਆਂ ਦੀ ਉਸਾਰੀ ਦਾ ਤੇ ਕਿਲਿਆਂ ਦੀ ਮੁਰੰਮਤ ਦਾ ਕੰਮ ਹੀ ਬੰਦ ਕਰ ਦਿਆਂ ਤੇ ਲੋਕ ਭੁੱਖੇ ਮਰ ਜਾਣਗੇ। ਜਿਨ੍ਹਾਂ ਕੋਲ ਕੰਮ ਨਾ ਕੋਈ ਹੋਇਆ ਤੇ ਉਹ ਬੇਰੁਜ਼ਗਾਰ ਹੋਏ ਤੇ ਉਹਨਾਂ ਦੇ ਕੋਲ ਪੈਸਾ ਕਿੱਥੋਂ ਆਉਣਾ ਤੇ ਉਹਨਾਂ ਨੇ ਅਨਾਜ ਕਿੱਥੋਂ ਖਰੀਦਣਾ ਤੇ ਢਿੱਡ ਕਿੱਥੋਂ ਭਰਨਾ। ਇਸ ਕਦਰ ਮਨ ਦੇ ਵਿੱਚ ਹੰਕਾਰ ਆ ਗਿਆ ਵੀ ਇਹਨਾਂ ਨੂੰ ਤਾਂ ਰੋਜੀ ਦੇਣ ਵਾਲਾ ਮੈਂ ਆ। ਇਹ ਗੱਲ ਉਸਨੇ ਆਪਣੇ ਧਾਰਮਿਕ ਗੁਰੂ ਦੇ ਨਾਲ ਸਾਂਝੀ ਕੀਤੀ, ਕਿਉਂਕਿ ਰਾਜੇ ਆਪਣੇ ਧਾਰਮਿਕ ਗੁਰੂ ਰੱਖਦੇ ਸਨ। ਜਿਵੇਂ ਅੱਜ ਮੰਤਰੀ ਹੁੰਦੇ, ਉਹਨਾਂ ਦਾ ਮੀਡੀਆ ਸਲਾਹਕਾਰ ਵੱਖਰਾ ਹੁੰਦਾ ਵੀ ਜਿਹੜਾ ਅਖਬਾਰਾਂ ਦੇ ਵਿੱਚ, ਚੈਨਲਾਂ ਵਿੱਚ ਆਪਾਂ ਕਿਵੇਂ ਆਪਣਾ ਐਡਾਂ ਦੇਣੀਆਂ ਨੇ, ਕਿਵੇਂ ਖਬਰਾਂ ਬਣਨੀਆਂ ਨੇ, ਕਿਵੇਂ ਆਪਾਂ ਆਪਣੇ ਆਪ ਨੂੰ ਮਸ਼ਹੂਰ ਰੱਖਣਾ ਹੈ ਲੋਕਾਂ ਦੇ ਵਿੱਚ। ਉਹ ਮੀਡੀਆ ਸਲਾਹਕਾਰ ਵੱਖਰਾ ਹੁੰਦਾ, ਕਾਨੂੰਨੀ ਸਲਾਹਕਾਰ ਵੱਖਰਾ ਹੁੰਦਾ ਵੀ ਆਪਾਂ ਕਾਨੂੰਨ ਦੇ ਮੁਤਾਬਕ ਕਿਵੇਂ ਕਿਵੇਂ ਕੰਮ ਕਰਨਾ, ਕਿਹੜਾ ਕਿਹੜਾ ਸਿਸਟਮ ਹੈ, ਉਹ ਸਾਰੀ ਸਲਾਹ ਮੁੱਖ ਮੰਤਰੀ ਨੂੰ ਕਾਨੂੰਨੀ ਸਲਾਹ ਉਹ ਦਿੰਦਾ। ਸਮਾਜਿਕ ਨਿਆਂ ਪ੍ਰਣਾਲੀ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ, ਉਹ ਸਲਾਹਕਾਰ ਵੱਖਰਾ। ਉਵੇਂ ਰਾਜਿਆਂ ਦੇ ਸਲਾਹਕਾਰ ਹੋਇਆ ਕਰਦੇ ਸਨ। ਕੋਈ ਰਾਜਨੀਤੀ ਸਲਾਹ ਦਿੰਦਾ, ਕੋਈ ਸਮਾਜ ਦੀ ਪ੍ਰਜਾ ਦੀ ਭਲਾਈ ਵਾਸਤੇ ਕੀ ਕਾਰ ਵਿਹਾਰ, ਕੀ ਕਾਨੂੰਨ ਬਣਨਾ ਚਾਹੀਦਾ ਉਹ ਸਲਾਹ ਦਿੰਦਾ। ਕੋਈ ਧਰਮ ਦੇ ਤੌਰ 'ਤੇ, ਧਾਰਮਿਕ ਤੌਰ 'ਤੇ ਉੱਚਾ ਕਿਵੇਂ ਉੱਠ ਸਕਦੇ ਹਾਂ, ਆਪਣੇ ਮਨ ਨੂੰ ਸਕੂਨ ਕਿਵੇਂ ਰੱਖ ਸਕਦੇ ਹਾਂ, ਲੋਕਾਂ ਦੀ ਭਲਾਈ ਲਈ ਕੀ ਕਾਰਜ ਕੀਤੇ ਜਾ ਸਕਦੇ ਨੇ, ਉਹ ਸਲਾਹ ਦਿੰਦਾ। ਇਸੇ ਤਰ੍ਹਾਂ ਇਸ ਰਾਜੇ ਦਾ ਜਿਹੜਾ ਧਾਰਮਿਕ ਗੁਰੂ ਹੈ ਉਹਦੇ ਨਾਲ ਇਹਨੇ ਗੱਲ ਸਾਂਝੀ ਕੀਤੀ ਵੀ ਮੈਂ ਤਾਂ ਲੱਖਾਂ ਲੋਕਾਂ ਨੂੰ ਅਨਾਜ ਦੇ ਰਿਹਾ, ਮੈਂ ਤਾਂ ਰੱਬ ਹੈ। ਉਸਨੇ ਆਖਿਆ, ਕਹਿੰਦੇ ਰਾਜਨ ਤੇਰੇ ਮਨ ਦਾ ਭੁਲੇਖਾ ਹੈ,
ਇਹ ਸਾਰੇ ਜੀਆ ਜੰਤ ਨੂੰ ਮਨੁੱਖ ਤੋਂ ਲੈ ਕੇ ਕੀੜੀ ਹਾਥੀ ਤੱਕ ਜਿਤਨਾ ਵੀ तमाम ਜੀਆ ਜੰਤ ਪ੍ਰਮਾਤਮਾ ਨੇ ਪੈਦਾ ਕੀਤਾ ਕੁਦਰਤ ਦੇ ਅੰਦਰ, ਉਹਨਾਂ ਸਾਰਿਆਂ ਦਾ ਰਿਜ਼ਕ ਦਾਤਾ ਮਾਲਕ ਹੈ। ਕਿਉਂਕਿ ਬਣਾਉਣ ਵਾਲਾ ਵੀ ਉਹ ਉਸਾਰਨ ਵਾਲਾ ਵੀ ਉਹ, ਤੇ ਸਾਜ ਕੇ ਸੰਘਾਰ ਕਰਨ ਵਾਲਾ, ਖਤਮ ਕਰ ਦੇਣ ਵਾਲਾ ਵੀ ਮਾਲਕ ਆਪ ਹੈ। ਆਖੋ ਸਤਨਾਮ। ਉਹ ਸਾਰਿਆਂ ਦੀ ਪ੍ਰਤਪਾਲਣਾ ਆਪ ਕਰਦਾ ਹੈ। ਕੋਈ ਕਿਸੇ ਦੀ ਪ੍ਰਤਪਾਲਣਾ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਇਹ ਸਭ ਸੰਸਾਰ ਉਪਾਏ ਕੈ ਸਿਰੇ ਸਿਰ ਧੰਦੇ ਲਾਇਆ। ਉਸ ਮਾਲਕ ਨੇ ਸਾਰਾ ਸੰਸਾਰ ਪੈਦਾ ਕਰਕੇ ਆਪਣੀ ਆਪਣੀ ਰੋਜੀ ਦੇ ਨਾਲ ਜੋੜਿਆ, ਆਪੋ ਆਪਣੇ ਕਾਰ ਵਿਹਾਰ ਦੇ ਨਾਲ ਜੋੜਿਆ ਹੋਇਆ ਹੈ। ਤੇਰੇ ਮਨ ਦਾ ਭੁਲੇਖਾ ਰਾਜਨ ਕਿ ਤੂੰ ਰੋਟੀ ਦੇ ਰਿਹਾ ਹੈ, ਪਰ ਭਲਿਆ ਪੁਰਖਾ ਐ ਰਾਜਨ ਮੇਰਾ ਤੇਰੇ ਅੱਗੇ ਭਲਾ ਰੁਤਬਾ ਸੰਸਾਰੀ ਤੌਰ ਤੇ ਛੋਟਾ ਹੋਵੇ, ਪਰ ਰੱਬ ਦੇ ਘਰ ਵਿੱਚ ਰੁਤਬਾ ਮੇਰਾ ਵੱਡਾ। ਤੇ ਮੈਂ ਤੈਨੂੰ ਸੱਚੀ ਗੱਲ ਆਖਾਂ, ਤੂੰ ਕਿਸੇ ਨੂੰ ਕੁਝ ਨਹੀਂ ਦੇ ਰਿਹਾ, ਤੂੰ ਤੇ ਖੁਦ ਅਕਾਲ ਪੁਰਖ ਦੇ ਘਰ ਦਾ ਮੰਗਤਾ ਬਣ ਕੇ ਸਭ ਕੁਝ ਉਹ ਤੋਂ ਲੈ ਰਿਹਾ। ਤੂੰ ਕਿਸੇ ਨੂੰ ਕੀ ਦੇ ਸਕਦਾ? ਰਾਜੇ ਦੇ ਮਨ ਦੇ ਵਿੱਚ ਗੂੜਾ ਹੰਕਾਰ ਜਾਗਿਆ ਕਿ ਇਹ ਧਾਰਮਿਕ ਬੰਦਾ ਮੈਨੂੰ ਕਿਵੇਂ ਰਾਏ ਦੇ ਰਿਹਾ। ਜਿਵੇਂ ਅੱਜ ਹੁੰਦਾ ਨਾ, ਕੋਈ ਧਾਰਮਿਕ ਬੰਦਾ, ਧਾਰਮਿਕ ਆਗੂ ਕਿਸੇ ਰਾਜਨੀਤਿਕ ਆਗੂ ਨੂੰ ਸਲਾਹ ਦੇਵੇ ਵੀ ਆ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਕਹਿੰਦਾ ਇਹਨਾਂ ਨੂੰ ਕੀ ਪਤਾ ਜੀ, ਤਾਂ ਕੱਲਾ ਪਾਠ ਪੜ੍ਹਨ ਵਾਲੇ ਨੇ, ਇਹਦਾ ਕੱਲਾ ਕਥਾ ਕੀਰਤਨ ਕਰਨ ਵਾਲੇ ਨੇ, ਇਹਨਾਂ ਦਾ ਆਪਣਾ ਸਿਸਟਮ ਹੈ, ਇਹਨਾਂ ਨੂੰ ਕੀ ਪਤਾ ਰਾਜਨੀਤੀ ਬਾਰੇ। ਪਰ ਜਿਸ ਨੇ ਧਾਰਮਿਕ ਵਿੱਦਿਆ ਨੂੰ ਅਸਲ ਤੌਰ ਤੇ ਗ੍ਰਹਿਣ ਕੀਤਾ, ਉਹ ਸਾਰੀਆਂ ਵਿੱਦਿਆ ਹੀ ਪ੍ਰਾਪਤ ਕਰਦਾ ਹੈ। ਚਾਣਕਿਆ ਨੀਤੀ ਅੰਦਰ ਰਾਜਨੀਤੀ ਕਿਸ ਤਰ੍ਹਾਂ ਕਰਨੀ, ਕਿਸ ਤਰ੍ਹਾਂ ਰਹਿਣੀ, ਸਭ ਕੁਝ ਲਿਖਿਆ। ਰਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਭ ਕੁਝ ਲਿਖਿਆ। ਭਾਵ ਸ਼ਾਸਤਰਾਂ ਦਾ ਅਧਿਐਨ ਕਰਨ ਵਾਲਾ, ਧਾਰਮਿਕ ਗ੍ਰੰਥਾਂ ਦਾ, ਸਮਾਜ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਨੂੰ ਪਤਾ। ਪਰ ਉੱਥੇ ਹੰਕਾਰ ਸਿਖਰ ਤੇ ਹੁੰਦਾ ਰਾਜਨੀਤਿਕ ਦਾ ਕਿ ਇਹ ਧਾਰਮਿਕ ਬੰਦੇ ਮੈਨੂੰ ਕੀ ਸਲਾਹ ਦੇ ਸਕਦੇ। ਉਵੇਂ ਇਸ ਰਾਜੇ ਦਾ ਹੰਕਾਰ ਚਮਕਿਆ। ਕਹਿੰਦਾ ਜੀ ਤੁਸੀਂ ਮੇਰੇ ਧਾਰਮਿਕ ਗੁਰੂ ਹੋ, ਮੈਂ ਤੁਹਾਡਾ ਅਦਬ ਕਰਦਾ, ਸਤਿਕਾਰ ਕਰਦਾ, ਪਰ ਇਹ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ। ਮੈਂ ਅੱਜ ਪ੍ਰਜਾ ਦਾ ਅਨਾਜ ਬੰਦ ਕਰ ਦਿਆਂ ਤੇ ਪ੍ਰਜਾ ਕਿੱਥੋਂ ਖਾਊਗੀ। ਅੱਜ ਮੈਂ ਇਹ ਸੈਂਕੜੇ ਲੋਕ ਜਿਹੜੇ ਨੇ ਕੰਮਕਾਰ ਕਰਦੇ ਨੇ, ਇਹ ਕੰਮ ਨੂੰ ਅੱਜੇ ਮੈਂ ਹੁਕਮ ਦੇ ਕੇ ਬੰਦ ਕਰ ਦਿਆਂ ਤੇ ਇਹ ਕਿੱਥੋਂ ਖਾਣਗੇ। ਉਸ ਦਾ ਗੁਰੂ ਬੜਾ ਸੁਗੜ ਔਰ ਸਿਆਣਾ ਸੀ। ਉਸਨੇ ਇੱਕ ਵੱਡਾ ਸਾਰਾ ਪੱਥਰ ਵੇਖਿਆ ਤੇ ਆਖਿਆ, ਰਾਜਨ ਆਓ ਪੱਥਰ ਦੇ ਕੋਲ ਚਲੀਏ। ਉਹ ਪੱਥਰ ਦੇ ਕੋਲ ਲੈ ਗਿਆ। ਮਜ਼ਦੂਰ ਕੰਮ ਕਰਦੇ ਸਨ। ਉਹਨਾਂ ਨੂੰ ਆਖਿਆ ਕਿ ਵੱਡਾ ਘਣ ਲੈ ਕੇ ਇਸ ਪੱਥਰ ਦੇ ਉੱਪਰ ਚੋਟਾ ਮਾਰੋ, ਇਸ ਪੱਥਰ ਨੂੰ ਭੰਨਣਾ ਹੈ, ਤੋੜਨਾ ਹੈ। ਰਾਜਾ ਕੋਲ ਖਲੋਤਾ। ਉਸ ਪੱਥਰ ਤੇ ਬੜੇ ਜ਼ੋਰ ਨਾਲ, ਬਲ ਨਾਲ ਚੋਟਾਂ ਲਾਈਆਂ ਗਈਆਂ। ਮਾਰ ਮਾਰ ਕੇ ਪੱਥਰ ਦੇ ਉੱਪਰ, ਤੇ ਪੱਥਰ ਦੇ ਦੋ ਟੁਕੜੇ ਹੋਏ। ਜਦੋਂ ਪੱਥਰ ਟੁੱਟਿਆ ਤੇ ਪੱਥਰ ਦੇ ਅੰਦਰ ਇੱਕ ਕੀੜਾ ਬੈਠਾ ਹੋਇਆ, ਤੇ ਉਸ ਕੀੜੇ ਦੇ ਮੂੰਹ ਵਿੱਚ ਚੌਲ ਦਾ ਦਾਣਾ ਹੈ। ਆਖੋ ਸਤਨਾਮ। ਉਹ ਕਹਿੰਦਾ, ਰਾਜਨ ਇਹਨਾਂ ਸੈਂਕੜੇ ਲੋਕਾਂ ਨੂੰ ਤੇ ਤੂੰ ਭੋਜਨ ਦੇ ਸਕਦਾ ਹੈ, ਤੇਰੇ ਮਨ ਦਾ ਭੁਲੇਖਾ ਵੀ ਤੂੰ ਦਿੰਦਾ, ਪਰ ਆ ਪੱਥਰ ਦੇ ਅੰਦਰ ਕੀੜਾ ਬੈਠਾ ਹੈ, ਇਹਦੀ ਚੋਗ ਵਾਸਤੇ, ਇਹਦੇ ਭੋਜਨ ਵਾਸਤੇ ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ। ਪਰ ਇਸ ਕੀੜੇ ਦੇ ਅੰਦਰ, ਇਸ ਪੱਥਰ ਦੇ ਅੰਦਰ ਕੀੜਾ ਹੋਣਾ ਤੇ ਕੀੜੇ ਦੇ ਮੂੰਹ ਵਿੱਚ ਚੌਲ ਦਾ ਦਾਣਾ ਹੋਣਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਸਭਨਾਂ ਦਾ ਮਾਲਕ ਇੱਕ ਹੈ, ਤੇ ਉਹ ਸਾਰਿਆਂ ਦੀ ਰੋਜ਼ੀ ਕਰਕੇ, ਸਰੀਰ ਕਰਕੇ, ਜੀਵਨ ਕਰਕੇ ਸੰਭਾਲ ਕਰ ਰਿਹਾ। ਆਖੋ ਸਤਨਾਮ। ਸਤਿਗੁਰ ਦੀ ਬਾਣੀ ਦਾ ਬਚਨ ਹੈ, ਪਾਹਨ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ ਕਹੈ ਧੰਨਾ, ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ।
पत्थर अंदर कीड़ा है पर मार्ग कोई नहीं, उहदी चोग वास्ते, उहदे भोजन वास्ते, उहदी रोजी वास्ते उत्थे भी मालक ने उहनूं रोजी पहुँचाई आ। वो मालक पूर्ण है, आखो सतनाम। राजे का हंकार टुट गया, मन निमरता विच आया, हथ जोड़े कहंदे जी मेरियां अखां ते हौमे का पड़दा पै गया, मेरे अंदर हंकार की कंध उसर गई, पर तुसी आ घटना दे नाल मेरे अंदरों हंकार की कंध नूं तोड़ दिता है, मेरियां अखां तो हौमे का पड़दा दूर कर दिता है। हुण मैनूं सोझी आ गई कि मालक सब नूं देण वाला है, मनुख कुछ नहीं दे सकदा, आखो सतनाम। साहिब श्री गुरु अर्जन देव महाराज सच्चे पातशाह बचन करते हैं, मानुख की टेक बिरथी सब जान, देवन को एक है भगवान। मनुख की टेक, मनुख का भरोसा व्यर्थ है। व्यर्थ आशा कर रहा भी आ मनुख तो मैनू आ कुछ मिलूगा, मनुख तो कुछ नहीं मिलना, मिलना तो केवल परमात्मा तो है, आखो सतनाम। हाँ, कुछ मनुखों के राही वो कारज सवारदा है, कुछ मनुखों के राही वो हीला बनाउंदा है, वो कारण बनाउंदा है, ते कारण करके आपां जुड़दे ते उन्हां मनुखों के राही, उन्हां दे मनुखों के जरिए साडा कारज सफल हो जाता है। पर वो जरिया बनाए ने मनुख, अकाल पुरख ने कीता कारज आप ही, आखो सतनाम। जरिया बनने वाले का सत्कार करो। सतगुरु सच्चे पातशाह कहते हुक्म दे विच जीआ जंत पैदा होंदे ते हुक्म विच ही उन्हां नूं मान, वडियाई, शोभा, सन्मान प्राप्त होंदा है। हुक्मी होवन जी, जी आड़े नाल थोड़ा पाठ करना, जी जीआ जंत तो भाव है, जीव जंतु तो भाव है। हुक्म मिले वडियाई, उन्होंने हुक्म विच वडियाई मिलती है, मान मिलता है, आदर मिलता है, सत्कार मिलता है। हुक्म तो बाहर नहीं, जिसनों मालिक ने मान दिता है, सन्मान दिता है, जीआ जंत नूं वो मालिक दी हुक्म विच ही मिलिया। हुक्म ही उत्तम नीच, हुक्म लिख दुख सुख पाई है। हुक्म विच मनुख उत्तम कर्म करदा ते कुछ मनुख नीच कर्म करते हैं, वो भी उहदी रजा च ही हुंदे आ। रजा च किवें हुंदे आ? हुण आपां कहांगे एक बंदा चोरी कर रहा, फिर उहदी रजा च ही है। एक मन बंदा पाप कर रहा, उहदी रजा च ही है। एक बंदा गुनाह कर रहा, उहदी रजा च ही है। फिर आपां उहनूं क्यों कहने तूं माड़ा काम कीता? सवाल पैदा होए, क्योंकि कलयुगी मन है, बड़े सवाल करदा है। सवाल हो गया मन का, जे कहने हो उत्तम कर्म जीव करदा है रब दे हुक्म विच, ते नीच कर्म भी उहदे हुक्म विच है, फिर आपां बंदे नूं माड़ा क्यों कह रहे हैं? कोई जुआ खेड रहा, कोई चोरी कर रहा, कोई ठगी कर रहा, कोई पाप कर रहा, कोई गुनाह कर रहा, आपां माड़ा क्यों कह रहे? इत्थे पातशाह ने क्यों कहा हुक्म, हुक्म दे विच नीच कर्म कर रहा, हुक्म विच उत्तम कर्म कर रहा। ख्याल करना, जिहड़ा उत्तम कर्म करना ते नीच कर्म करना, ये क्यों करदा मनुख? माड़े काम करन नूं किसी दा जी करदा? माड़े काम करन नूं किसी दा जी करदा? कौन मनुख है जिहड़ा कहंदा मेरा अपमान होवे? कौन मनुख है जिहड़ा कहंदा मेरी बेइज्जती होवे? हर बंदा दुनिया दा ये कहंदा मैनू मान मिले, मैनू वडियाई मिले, मैनू शोभा मिले, मैनू आदर मिले, मेरा चंगा जीवन गुजारा होवे।
हुण ये जिहड़े उत्तम कर्म है ये भी आपां पहलां उत्तम कर्म करके आए आ तां ही उत्तम कर्म कर सकदा बंदा। जे पहलां आपां चंगा बीज बोया, जे फल आपां मिठा खाना है, जे झाड़ आपां फसल दा चंगा लैना है, तां ये तां नहीं है भी आपां कल्ला बीज बोता तो बस झाड़ हो जाऊगा, कल्ला बीज बोता तो फल लग जूगा, ये तां नहीं है ना। उस वास्ते पहला चोण की करते आपां भी जिहड़ा बीज है वो चंगा पाया जाए। कोई बूटा लाने आ, फलदार लाने आ, सेबां दा लाइए, किन्नुआं दा लाइए, होर तरह तरह के फलदार बूटे ने, ते आपां कहने चंगी किस्म का लाइए, आ किस्म नूं बहुत फल लगदा आखदे ने। आपां चोण कीती बूटा लाउण लग्गिया चंगी किस्म दी, जमीन दे अंदर आपां फसल बोनी है तां चोण कीती है चंगे बीज दी भी आ जिहड़ी किस्म आ जिहड़ा बीज आ जिहड़ा बीज आ ये बहुत झाड़ दिंदा, इत्ते रे स्प्रे घट करनी पैंदी है, ये पानी की मात्रा घट पींदा है, इहदी साਂਭ संभाल घट है। आपां चोण करके फिर जमीन दे अंदर बीज बोने आ ते बीज बोण तो पहला आपां कहने दा झाड़ किन्ना कुं होऊगा पुछदे आ, ये सानूं लाभ की देऊगा पुछदे आ। पर जदों पाप बीजदे आ कदे सोचा भी इस पाप दा फल की होऊगा, कदे सोचा? बीज बोन लग्या सोचा भी आ पुण्य कर रहा इहदा फल चंगा होऊगा, आप गुनाह बीज रहा पाप बीज रहा इहदा फल की होऊगा। हुण उत्तम कर्म उसनूं आख्या जांदा है जिस मनुख ने अपने पूर्व जन्म के अंदर शुभ कर्म बीजे ने। पूर्व कर्म अंकर जब प्रगट्यो भेट्यो पुरख रसक बैरागी, आप बीज आपे ही खाहो, नानक हुक्मी आवहो जाहो। तू आपे बीजिया ते आपे खाना पैना ते ओ खाधे होए दा फल तेरा जमना ते मरना। आखो सतनाम। बीज बोन लग्या तू सोचना है जे अज उत्तम कर्म कर रहे हैं तो मतलब बीज आपां चंगा बोया, जे आपां नीच कर्म कर रहे हैं। मालिक ने की कीता है, मालिक ने साडे उपर सिੱਟਤੀ गल कि भाई जो तू करेगा वो तू वड्डेगा, जो तू बीजेगा वो तू वड्डेगा, जो तू काम करना है उसका फल तैनूं भुगतना पैना। हुण सोच के बीजी, सोच के वेखी कि मैं चंगा बीजना ते वड्डना भी चंगा है, मैं फल किहड़ा लैना, इस आस करके ये सोच करके बीज ले। हुण मालिक ने जदों असीं माड़े कर्म कीते आ ते फल की मिलना है? माड़ा। असीं कर्म ही नीच कीते आ ते काम फल की मिलना? नीच। तां फिर जदों वो नीच कर्म कोई भोग रहा हुंदा तां उदों की होगा भी ये उहदी हुक्म ही आ जी, इन्हें पहला ही माड़े काम कीते आ, पहला ही नीच कर्म कीते आ, हुण अपना कीता ही भोग रहा। आखो सतनाम। तां आख्या हुक्म ही उत्तम नीच, हुक्म लिख दुख सुख पाई है। ये हुक्म दे विच ही तू भोगिया, तू कुछ बीजिया सी चंगा तां सुख मिलिया, तू कुछ बीजिया है माड़ा तां दुख मिलिया। इस करके आपां की कहने आ, दुख सुख तां भाई कर्मां दे, कर्मा भाव साडे कम्मां दे। आखो सतनाम। जो पावे भांडे विच वस्त सा निकले, क्या कोई करे विचारा। इस शरीर का जिहड़ा भांडा ना
ਇਹਦੇ ਵਿੱਚ ਜਿਸ ਤਰ੍ਹਾਂ ਦੀ ਅਸੀਂ ਵਸਤੂ ਪਾਈ ਹੈ ਉਸ ਤਰ੍ਹਾਂ ਦੀ ਨਿਕਲਣੀ ਹੈ। ਹੁਣ ਪਾ ਕੇ ਆਪਾਂ ਭਾਂਡੇ ਵਿੱਚ ਪਾਣੀ ਤੇ ਆਖੀਏ ਦੁੱਧ ਨਿਕਲ ਆਵੇ, ਨਿਕਲ ਆਊ ਭਲਾ? ਪਾ ਕੇ ਆਪਾਂ ਰੋਟੀ ਬਾਕਸ ਦੇ ਵਿੱਚ, ਚਪਾਤੀ ਬਾਕਸ ਦੇ ਵਿੱਚ ਮਿੱਟੀ ਤੇ ਆਖੀਏ ਪ੍ਰਸ਼ਾਦੇ ਨਿਕਲ ਆਉਣ, ਰੋਟੀ ਨਿਕਲ ਆਵੇ, ਕਿਵੇਂ ਨਿਕਲ ਆਊ? ਜੋ ਭਾਂਡੇ ਵਿੱਚ ਵਸਤੂ ਪਾਈ ਗਈ ਹੈ ਉਹ ਹੀ ਨਿਕਲਦੀ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾ ਕੀ ਵਾਰ ਕਹਿੰਦੇ ਜੋ ਭਾਂਡੇ ਵਿੱਚ ਵਸਤੂ ਪਾਈ ਗਈ ਹੈ ਉਹ ਹੀ ਨਿਕਲਣੀ ਹੈ। ਜੋ ਸਾਡੇ ਸਰੀਰ ਦੇ ਅੰਦਰ ਅਸੀਂ ਪਾਇਆ, ਜੋ ਬੀਜਿਆ ਉਹੀ ਨਿਕਲਣਾ। ਆਖੋ ਸਤਨਾਮ। ਤੇ ਫਿਰ ਦੂਜੇ ਬੰਦੇ ਨੂੰ ਆਪਾਂ ਆਖਦੇ ਆ ਤਾਂ ਇਸ ਤਰ੍ਹਾਂ ਹੋ ਗਿਆ। ਪਾਤਸ਼ਾਹ ਕਹਿੰਦੇ ਕਿਆ ਕੋਈ ਕਰੇ ਵਿਚਾਰਾ? ਫਿਰ ਕੋਈ ਕੀ ਕਰ ਸਕਦਾ? ਜੇ ਜਾ ਪਾਇਆ ਸੀ ਉਹ ਜਿਹਾ ਤੂੰ ਕੱਢ ਲਿਆ। ਜੋ ਚੰਗਾ ਬੀਜ ਪਾਇਆ ਫਲ ਸੁੱਖ ਹੈ, ਮਾੜਾ ਬੀਜ ਪਾਇਆ ਫਲ ਦੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਕਦਰ ਬਖਸ਼ਿਸ਼ ਕਰਦੇ ਹਨ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਣ ਜੋ ਜੀਵ ਚੰਗਾ ਬੀਜਦਾ ਹੈ ਉਹ ਮਨੁੱਖ ਤੇ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਨਾ ਹੁਕਮੀ ਬਖਸ਼ੀਸ, ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਉਹਦੀ ਨਦਰ ਹੋ ਗਈ ਤੇ ਉਸ ਮਨੁੱਖ ਨੇ ਅਕਾਲ ਪੁਰਖ ਦੇ ਘਰ ਦੇ ਵਿੱਚੋਂ ਮਾਨ ਸਨਮਾਨ ਆਦਰ ਪ੍ਰਾਪਤ ਕਰ ਲਿਆ। ਇੱਕ ਹੁਕਮੀ ਸਦਾ ਭਵਾਈ ਹੈ ਤੇ ਇੱਕ ਉਸ ਦੇ ਹੁਕਮ ਵਿੱਚ ਹੀ ਜਦੋਂ ਕੰਮ ਹੀ ਮਾੜਾ ਕੀਤਾ ਸੀ, ਕਰਮ ਹੀ ਮਾੜਾ ਕੀਤਾ ਸੀ, ਫਿਰ ਸਜ਼ਾ ਮਿਲ ਗਈ ਜੰਮਣ ਤੇ ਮਰਨ ਦੀ। ਉਹ ਵੀ ਫਿਰ ਮਹਾਰਾਜ ਕਹਿੰਦੇ ਹੁਣ ਭਾਈ ਤੇਰਾ ਕੀਤਾ ਤੂੰ ਭੁਗਤ ਲਾ। ਹੁਣ ਫੈਸਲਾ ਤੇ ਮਾਲਕ ਨੇ ਕਰਨਾ ਸੀ, ਜੋ ਕੀਤਾ ਸੀ ਤੇਰੇ ਕੀਤੇ ਮੁਤਾਬਕ ਫੈਸਲਾ ਕਰਤਾ। ਪਾਤਸ਼ਾਹ ਕਹਿੰਦੇ ਹੁਣ ਫਿਰ ਤੂੰ ਜੰਮਣ ਮਰਨ ਦੇ ਚੱਕਰ ਵਿੱਚ ਸਦਾ ਹੀ ਭੌਂਦਾ ਫਿਰੇਂਗਾ। ਆਖੋ ਸਤਨਾਮ। ਇੱਕ ਨਾ ਹੁਕਮੀ ਬਖਸ਼ੀਸ ਏਕਾ ਹੁਕਮੀ ਸਦਾ ਭਵਾਈ ਹੈ। ਇੱਕ ਭੌਂਦੇ ਫਿਰਦੇ ਆ ਵਿਚਾਰੇ। ਕਿਉਂ ਭੌਂਦੇ ਫਿਰਦੇ ਆ? ਜੰਮਦੇ ਆ ਮਰਦੇ ਆ। ਕਿਉਂ? ਕਿਉਂਕਿ ਕਰਮ ਮਾੜਾ ਕੀਤਾ ਸੀ ਤੇ ਕਰਮ ਦੇ ਹਿਸਾਬ ਨਾਲ ਸਜ਼ਾ, ਕਰਮ ਦੇ ਹਿਸਾਬ ਨਾਲ ਮਾਲਕ ਦਾ ਫੈਸਲਾ ਆਇਆ। ਫਿਰ ਉਹ ਰਜਾ 'ਚ ਹੀ ਹੋ ਗਿਆ ਨਾ ਵੀ ਜਦੋਂ ਤੇਰਾ ਜਿਸ ਤਰ੍ਹਾਂ ਦਾ ਕਰਮ ਸੀ ਤੈਨੂੰ ਫੈਸਲਾ ਸੁਣਾਤਾ, ਤੂੰ ਭੌਂਦਾ ਫਿਰਦਾ ਰਹਿ ਗਿਆ। ਆਖੋ ਸਤਨਾਮ। ਹੁਣ ਤੂੰ ਸੋਚਣਾ ਵੀ ਮੈਂ ਭਾਈ ਜੋ ਕਰਮ ਕਰਨਾ ਮੈਂ ਤਾਂ ਸੋਚ ਸਮਝ ਕੇ ਕਰਨਾ। ਜ਼ੁਬਾਨ ਦੇ ਨਾਲ ਮਾੜਾ ਨਾ ਬੀਜ ਬੋਇਆ ਜਾਵੇ, ਕੰਨਾਂ ਦੇ ਨਾਲ ਮਾੜਾ ਬੀਜ ਨਾ ਬੋਇਆ ਜਾਵੇ, ਪੈਰਾਂ ਨਾਲ ਮਾੜਾ ਬੀਜ ਨਾ ਬੋਇਆ ਜਾਵੇ, ਹੱਥਾਂ ਨਾਲ ਮਾੜਾ ਬੀਜ ਨਾ ਬੋਇਆ ਜਾਵੇ। ਇਸ ਕਦਰ ਇਹ ਸਾਰੀ ਚੀਜ਼ ਦਾ ਆਪਾਂ ਖਿਆਲ ਰੱਖ ਕੇ ਤੁਰਨਾ, ਕਿਉਂਕਿ ਸਾਡਾ ਸਰੀਰ ਇੱਕ ਧਰਤੀ ਹੈ। ਸਰੀਰ ਧਰਤੀ ਕਲਯੁਗ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਖਾਏ। ਇਹ ਸਰੀਰ ਧਰਤੀ ਹੈ ਤੇ ਕਲਯੁਗ ਦੇ ਅੰਦਰ ਰੁੱਤ ਲੱਗੀ ਹੈ, ਵੱਤ ਲੱਗੀ ਹੈ। ਜਿਹੇ ਜਾ ਤੂੰ ਬੀਜਤਾ ਉਹੇ ਜਾ ਤੈਨੂੰ ਖਾਣਾ ਪਊਗਾ। ਆਖੋ ਸਤਨਾਮ। ਪਾਤਸ਼ਾਹ ਬਚਨ ਕਰਦੇ ਨੇ ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜਿਹੇ ਜਾ ਬੀਜੇਗਾ ਇਹ ਕਰਮਾਂ ਦੇ ਖੇਤ ਵਿੱਚ ਉਹੇ ਜਾ ਤੈਨੂੰ ਵੱਢਣਾ ਪਊਗਾ। ਆਖੋ ਸਤਨਾਮ। ਖਿਆਲ ਨਾਲ ਸੋਚ ਕੇ ਸਮਝ ਕੇ। ਇਹ ਹੁਕਮ ਇਸ ਤਰ੍ਹਾਂ ਦਾ ਹੈ। ਕਈ ਵਾਰ ਬੰਦਾ ਸੋਚਦਾ ਵੀ ਜੇ ਹਾਈ ਹੁਕਮ ਚਾਹਦੀ ਫਿਰ ਆਪਾਂ ਚੰਗਾ ਮਾੜਾ ਕਹਿ ਨਹੀਂ ਸਕਦੇ ਜੀ। ਪਹਿਲਾਂ ਬਚਨ ਕੀਤਾ ਮਹਾਰਾਜ ਨੇ ਹੁਕਮ ਨਾ ਕਹਿਆ ਜਾਈ। ਇਹ ਹੁਕਮ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਆਖੋ ਸਤਨਾਮ। ਹੁਕਮ ਨੂੰ ਕਹਿਣ ਸੁਣ ਤੋਂ ਪਰੇ ਆਖਿਆ। ਹੁਣ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਭ ਕੁਝ ਮਾਲਕ ਦੇ ਹੁਕਮ 'ਚ ਹੀ ਹੈ, ਉਹਦੀ ਰਜ਼ਾ 'ਚ ਹੀ ਹੈ। ਬਾਹਰ ਕੋਈ ਨਾ ਜਾ ਸਕਦਾ ਨਾ ਗਿਆ, ਤੇ ਜਿਹੜਾ ਜਾਂਦਾ ਫਿਰ ਨਾਲ ਦੀ ਨਾਲ ਸਜ਼ਾ ਮਿਲ ਜਾਂਦੀ। ਆਖੋ ਸਤਨਾਮ। ਉਹਦੇ ਹੁਕਮ 'ਚ ਸਾਹ ਆ ਰਿਹਾ ਨਾ, ਨੱਕ ਘੁੱਟ ਦੇਵਾਂਗੇ, ਮੂੰਹ ਬੰਦ ਕਰ ਦੇਵਾਂਗੇ ਧੱਕੇ ਨਾਲ, ਤਾਂ ਕੀ ਹੋ ਜੂ?
ਬੰਦਾ ਦੁਖੀ ਹੋਣ ਲੱਗ ਜਾਊਗਾ, ਤੜਫੂਗਾ ਤੇ ਆਖਰਕਾਰ ਮੌਤ ਹੋ ਜੂਗੀ। ਉਹਦੀ ਰਜ਼ਾ 'ਚ ਪਾਸੇ ਹੋਣ ਦਾ ਮਤਲਬ ਇਹ ਹੈ। ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਹੁਕਮ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜਿਸ ਮਨੁੱਖ ਨੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ, ਜਿਸ ਮਨੁੱਖ ਨੇ ਪਰਮਾਤਮਾ ਦੇ ਹੁਕਮ ਨੂੰ ਜਾਣ ਲਿਆ, ਜਿਸ ਮਨੁੱਖ ਨੇ ਪਰਮਾਤਮਾ ਦੇ ਹੁਕਮ ਨੂੰ ਸਮਝ ਲਿਆ, ਉਹਦੇ ਅੰਦਰੋਂ ਸਾਰੀ ਹਉਮੈ ਦਾ ਨਾਸ਼ ਹੋ ਜਾਂਦਾ। ਆਖੋ ਸਤਿਨਾਮ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਹੈ, ਜਿੱਥੇ ਅਹੰਕਾਰ ਹੈ ਉੱਥੇ ਨਾਮ ਨਹੀਂ ਹੈ, ਤੇ ਜਿੱਥੇ ਨਾਮ ਨਹੀਂ ਉੱਥੇ ਪਰਮਾਤਮਾ ਨਹੀਂ। ਇਸ ਦਾ ਮਤਲਬ ਜਿਸ ਦਾ ਅੰਦਰ ਹਉਮੈ ਨਾਲ ਭਰਿਆ ਉਹ ਨਾਮ ਤੋਂ ਹੀਣਾ, ਤੇ ਜਿਸ ਦਾ ਅੰਦਰ ਨਾਮ ਤੋਂ ਹੀਣਾ ਉਹ ਪਰਮਾਤਮਾ ਦੀ ਬਖਸ਼ਿਸ਼ ਤੋਂ ਹੀਣਾ। ਆਖੋ ਸਤਿਨਾਮ। ਉਹ ਪਰਮਾਤਮਾ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ। ਨਾਨਕ ਹੁਕਮੇ ਜੇ ਬੁੱਝੈ ਐ ਨਾਨਕ ਜੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਨਾਮ ਦੇ ਨਾਲ ਸੰਬੋਧਨ ਕਰਕੇ ਕਹਿੰਦੇ ਨੇ, ਐ ਨਾਨਕ ਜੀ, ਅਕਾਲ ਪੁਰਖ ਦੇ ਹੁਕਮ ਨੂੰ ਜੋ ਜੀਵ ਬੁੱਝ ਲੈਂਦਾ ਹੈ, ਉਹਦੇ ਅੰਦਰੋਂ ਹਉਮੈ ਦਾ, ਉਹਦੇ ਅੰਦਰੋਂ ਅਹੰਕਾਰ ਦਾ ਨਾਸ਼ ਹੋ ਜਾਂਦਾ ਹੈ। ਖਤਮ ਹੋ ਜਾਂਦੀ ਉਹਦੀ ਹਉਮੈ, ਖਤਮ ਹੋ ਜਾਂਦਾ ਉਹਦਾ ਅਹੰਕਾਰ। ਜੋ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲੈਂਦਾ, ਆਖੋ ਸਤਿਨਾਮ, ਉਹ ਫਿਰ ਕਹਿ ਦਿੰਦਾ ਵੀ ਜੋ ਕੁਝ ਹੈ ਉਹ ਮਾਲਕ ਦਾ ਭਾਈ, ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ। ਕਿਉਂਕਿ ਉਹਦੀ ਰਜ਼ਾ 'ਚ ਤੁਰ ਰਿਹਾ ਹੁੰਦਾ, ਉਹਦੇ ਹੁਕਮ ਵਿੱਚ ਤੁਰ ਰਿਹਾ ਹੁੰਦਾ। ਤੇ ਜਿਹੜਾ ਬੰਦਾ ਕਹੇ ਰਜ਼ਾ ਕਾਹਦੀ, ਜਿਵੇਂ ਮੈਂ ਚਾਹਾਂ ਮੈਂ ਤਾਂ ਕਰਨਾ ਹੀ ਉਵੇਂ, ਤਾਂ ਇਹਦਾ ਮਤਲਬ ਜੋ ਤੂੰ ਚਾਹ ਰਿਹਾ ਉਹ ਵੀ ਉਹਦਾ ਹੁਕਮ। ਆਖੋ ਸਤਿਨਾਮ। ਤੈਨੂੰ ਉਹ ਚਲਾ ਰਿਹਾ। ਇਸ ਹੁਕਮ ਦੀ ਸੀਮਾ ਨਹੀਂ ਹੈ ਕੋਈ, ਅਸੀਮ ਹੈ। ਇਸ ਅਵਸਥਾ ਦੇ ਵਿੱਚ ਜਾ ਕੇ, ਇਸ ਅਵਸਥਾ ਦੇ ਵਿੱਚ ਪਹੁੰਚ ਕੇ ਹੀ ਹੁਕਮ ਨੂੰ ਸਮਝਿਆ ਜਾ ਸਕਦਾ। ਆਖੋ ਸਤਿਨਾਮ। ਜਿੱਥੇ ਪਹਿਲੀ ਕਲਾਸ ਦੇ ਬੱਚੇ ਹੈ, ਉਹਨਾਂ ਨੂੰ 10ਵੀਂ ਕਲਾਸ ਦਾ ਸਿਲੇਬਸ ਸਮਝਾਉਣ ਦਾ ਯਤਨ ਕਰਾਂਗੇ ਤਾਂ ਉਹਨਾਂ ਦੇ ਪੱਲੇ ਨੇ ਕੁਝ ਨਹੀਂ ਪੈਣਾ। ਜਿੱਥੇ 10ਵੀਂ ਕਲਾਸ ਦੇ ਬੱਚੇ ਹੈ, ਉਹਨਾਂ ਨੂੰ PhD ਦੇ ਲੈਵਲ ਦੀ ਪੜ੍ਹਾਈ ਸਮਝਾਉਣ ਦਾ ਯਤਨ ਕਰਾਂਗੇ ਤਾਂ ਪੱਲੇ ਨਹੀਂ ਕੁਝ ਪਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਭਾਈ ਹੁਕਮ ਨੂੰ ਹੁਕਮ ਦੀ ਅਵਸਥਾ ਵਿੱਚ ਜਾ ਕੇ ਹੀ ਸਮਝਿਆ ਜਾ ਸਕਦਾ ਹੈ। ਹੁਕਮ ਨੂੰ ਹੁਕਮ ਦੀ ਅਵਸਥਾ ਵਿੱਚ ਪਹੁੰਚ ਕੇ ਹੀ ਸਮਝਿਆ ਜਾ ਸਕਦਾ ਹੈ। ਹੁਕਮ ਦਾ ਪਸਾਰਾ ਬਹੁਤ ਵੱਡਾ ਹੈ। ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਉਹਨਾਂ ਦੇ ਅੰਦਰੋਂ ਹਉਮੈ ਦਾ ਨਾਸ਼ ਹੁੰਦਾ ਹੈ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਆਪਾਂ ਜੋ ਜਪਜੀ ਸਾਹਿਬ ਦੀ ਦੂਜੀ ਪੌੜੀ ਦੀ ਵਿਆਖਿਆ ਨੂੰ ਸਮਝਣ ਦਾ ਯਤਨ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਪਾਵਨ ਵਿਚਾਰਾਂ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸ ਜਾਵੇ, ਸਭ ਦੇ ਹੋ ਜਾਵਣ। ਇਹ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਸਤਿਗੁਰੂ ਔਰ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਫਤਿਹ ਬੁਲਾਓ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ